ਸਤਨਾਮ ਵਾਹਿਗੁਰੂ ਜੀਓ। ਗੁਰਪੂਰਾ ਭੇਟਿਓ ਵਡ ਭਾਗੀ, ਮਨਿ ਪਿਆ ਪਰਗਾਸਾ। ਕੋਈ ਨ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਮਾਰਿਆ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਆਪਣੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਬਖਸ਼ਾਂ ਵਾਲੇ ਚਰਨਾਂ ਦਾ ਧਿਆਨ ਧਰੀਏ ਅਤੇ ਉਹਨਾਂ ਦੀ ਰਹਿਮਤ ਨਾਲ ਉਹਨਾਂ ਵੱਲੋਂ ਦਿੱਤੀ ਹੋਈ ਸਮੱਤ ਮੁਤਾਬਕ ਸਤਿਗੁਰਾਂ ਦੇ ਗੁਣਾਂ ਦਾ ਗਾਇਨ ਕਰੀਏ ਰਲ ਮਿਲ ਕੇ, ਕਿਉਂਕਿ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ ਬਚਨ ਹੈ, ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ। ਆਓ ਰਲ ਮਿਲ ਕੇ ਆਪਣੇ ਪਿਆਰੇ ਦੀਆਂ ਕਥਾ ਕਹਾਣੀਆਂ ਕਰੀਏ। ਕਥਾ ਕਹਾਣੀਆਂ ਕਰਾਂਗੇ, ਉਤਸ਼ਾਹ ਤੇ ਚਾਅ ਬਣਦਾ ਏ, ਵਾਹਿਗੁਰੂ ਜਪਣ ਨੂੰ ਜੀ ਚਾਹੁੰਦਾ ਏ। ਆਓ ਸਤਿਗੁਰੂ ਜੀ ਆਪ ਆਪਣੀ ਕਲਾ ਵਰਤਾਨ, ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਘਰ ਅੰਦਰ ਜ਼ਿੰਦਗੀ ਜਿਉਣ ਦਾ ਜੋ ਵੱਖ-ਵੱਖ ਢੰਗ ਤਰੀਕੇ ਸਾਨੂੰ ਦੱਸੇ ਗਏ ਨੇ, ਕਿਉਂਕਿ ਮਨ ਦੀ ਹਾਲਤ ਇੱਕੋ ਜਿਹੀ ਨਹੀਂ ਰਹਿੰਦੀ। ਸਤਿਗੁਰੂ ਜੀ ਨੇ ਜਿਵੇਂ ਮਨ ਬਦਲਦਾ ਕਈ ਹਾਲਤਾਂ ਵਿੱਚ, ਹਰ ਪੱਖ ਤੋਂ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਮਨ ਨੂੰ ਮੋੜਿਆ ਅਤੇ ਗੁਰੂ ਪਿਤਾ ਜੀ ਨੇ ਪ੍ਰਭੂ ਚਰਨਾਂ ਨਾਲ ਉਹਨਾਂ ਨੂੰ ਜੋੜਿਆ ਹੈ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਭਰ ਗਈ ਭੂਮ ਵਿਕਾਰ। ਅਕਾਲ ਪੁਰਖ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਏ। ਉਹਦੇ ਘਰ ਅੰਦਰ ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਬੇਗਾਨਾ ਨਹੀਂ, ਕੋਈ ਆਪਣਾ ਨਹੀਂ। ਉਹਦੇ ਸਾਰੇ ਬੱਚੇ ਨੇ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਖਾਈ। ਪਰ ਵੇਖਦੇ ਹਾਂ ਕਈ ਨਿਰੰਕਾਰ ਦੀ ਬਖਸ਼ਿਸ਼ ਦਿਨ ਰਾਤ ਇਕੱਠੀ ਕਰਕੇ ਸ਼ੁਕਰਾਂ ਵਿੱਚ ਨੇ। ਕਈਆਂ ਦਾ ਬਖਸ਼ਿਸ਼ ਲੈਣ ਵੱਲ ਧਿਆਨ ਹੀ ਨਹੀਂ, ਅਤੇ ਕਈ ਘਰ ਆਈ ਕੋਈ ਬਖਸ਼ਿਸ਼ ਨੂੰ ਫਿਰ ਘਰੋਂ ਆਪਣੀ ਅਗਿਆਨਤਾ ਕਰਕੇ ਤੋਰ ਦਿੰਦੇ ਹਨ। ਗਲਤੀ ਆਪਣੀ ਹੁੰਦੀ ਹੈ ਅਤੇ ਦੋਸ਼ ਕਈ ਵਾਰ ਪਰਮੇਸ਼ਵਰ ਨੂੰ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਦਾ ਬਚਨ ਹੈ, ਮੀਂਹ ਪੈਂਦਾ ਸਵਾਂਤੀ ਬੂੰਦ ਆਉਂਦੀ ਹੈ, ਪਰ ਜਦੋਂ ਸਵਾਂਤੀ ਬੂੰਦ ਥੱਲੇ ਡਿੱਗਦੀ, ਜੇ ਉਹ ਕਲਰਾਠੀ ਧਰਤੀ 'ਤੇ ਡਿੱਗ ਪਵੇ ਤਾਂ ਉਸ ਬੂੰਦ ਦਾ ਕੋਈ ਵੀ ਧਰਤੀ ਨੂੰ ਲਾਭ ਨਹੀਂ ਹੋਇਆ। ਉਹ ਵੀ ਕਲਰ ਵਿੱਚ ਮਿਲ ਕੇ ਭੱਠ ਬਣ ਗਏ, ਸਵਾਹ ਬਣ ਗਈ, ਕੋਈ ਲਾਭ ਨਹੀਂ। ਕਈ ਵਾਰ ਜੇ ਅੰਦਰ ਸ਼ਰਧਾ ਪਿਆਰ ਮੁਹੱਬਤ ਨਹੀਂ ਹੈ, ਸਤਿਗੁਰੂ ਜੀ ਮਿਹਰਾਂ ਕਰਦੇ ਨੇ, ਮੀਂਹ ਪਾਉਂਦੇ, ਪਰ ਕਲਰਾਠੀ ਧਰਤੀ ਦੀ ਤਰ੍ਹਾਂ ਅੰਦਰ ਨੂੰ ਕੋਈ ਅਸਰ ਨਹੀਂ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਭਰ ਗਈ ਭੂਮ ਵਿਕਾਰ। ਭੂਮੀ ਜ਼ਮੀਨ ਤੇ ਪਈ ਪਰ ਬੇਕਾਰ ਗਏ। ਬਿਨ ਸੰਗਤ ਇਉਂ ਮਾਨੇ ਹੋਏ ਗਈ ਪਟਸ਼ਾਰ।
ਉਹਦੀ ਸੰਗਤ ਚੰਗੀ ਨਹੀਂ, ਮਨੁੱਖ ਦੀ ਕਰਮ ਮਾੜੇ। ਪਰ ਦੂਸਰਾ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਜਿੱਥੇ ਜ਼ਮੀਨ ਉਪਜਾਊ ਹੈ, ਜੇ ਕਿਧਰੇ ਉੱਥੇ ਪਵੇ ਤਾਂ ਉਸ ਪਾਣੀ ਵਿੱਚ ਉਹ ਧਰਤੀ 'ਚ ਰਚ ਮਿਚ ਕੇ ਬਹੁਤ ਫਸਲ, ਬਨਸਪਤੀ, ਫਲ ਫਰੂਟ ਨੂੰ ਬਹੁਤ ਬਲ ਮਿਲਦਾ ਹੈ। ਜੇਕਰ ਇਸੇ ਤਰ੍ਹਾਂ ਸਾਡੇ ਅੰਦਰ ਭਾਵਨਾ ਪਿਆਰ ਹੈ, ਜਦੋਂ ਮਹਾਰਾਜ ਜੀ ਬਖਸ਼ਾਂ ਦਾ ਮੀਂਹ ਪਾਉਂਦੇ ਨੇ ਤਾਂ ਸਾਡਾ ਅੰਦਰ ਇੱਕਦਮ ਉਹ ਬਚਨਾਂ ਨਾਲ ਮਿਲ ਗਿਆ ਅਤੇ ਸਾਹਿਬ ਕਹਿੰਦੇ ਅਨਕ ਸਿਆਣੇ ਪਚ ਗਏ। ਫਿਰ ਜਦੋਂ ਇੱਕ ਵਾਰੀ ਸਤਿਗੁਰੂ ਜੀ ਮਿਹਰ ਕਰਕੇ ਅੰਦਰੋਂ ਕਿਸੇ ਨੂੰ ਮੇਲ ਲੈਣਾ, ਫਿਰ ਨਾਨਕ ਇਰਵਾਰੀ ਜਾਏ। ਜਿੰਨੀ ਮਰਜ਼ੀ ਦੁਨੀਆ ਤੋੜਨ ਦਾ ਯਤਨ ਕਰੇ, ਕੋਈ ਤੋੜ ਨਹੀਂ ਸਕਦਾ ਹੈ। ਇਹੀ ਕਾਰਨ ਸਤਿਗੁਰੂ ਜੀ ਦੀ ਬਖਸ਼ਿਸ਼ ਲੈਣ ਲਈ ਸਦਾ ਬਜਾਏ ਦੋਸ਼ ਦੇਣ ਦੇ, ਆਲੇ ਦੁਆਲੇ ਨੂੰ ਵੇਖਣ ਦੇ, ਆਪਣੇ ਅੰਦਰ ਨਿਗਾਹ ਮਾਰੀਏ ਪਈ ਅੰਦਰ ਨਿਮਰਤਾ ਵਿੱਚ ਕਿ ਹੰਕਾਰ ਵਿੱਚ ਰਹਿੰਦਾ ਹੈ। ਹੱਥ ਜੋੜ ਕੇ ਖੁਸ਼ ਹੈ ਕਿ ਲੋਕਾਂ ਤੋਂ ਹੱਥ ਜੜਵਾ ਕੇ ਖੁਸ਼ ਹੈ। ਸੰਗਤ ਦੇ ਚਰਨਾਂ ਵੱਲ ਧਿਆਨ ਜਾਂਦਾ ਕਿ ਸਿਰਾਂ ਵੱਲ ਜਾਂਦਾ ਹੈ ਵੀ ਇਹ ਚਿਹਰੇ ਵੇਖ ਕੇ ਕਿਸੇ ਦੇ ਕਰਮ ਕੀ ਨੇ, ਕਿਸੇ ਦੇ ਕੀ ਔਗਣ ਵੇਖਦਾ ਹੈ। ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਜਿੱਥੇ ਮਾਝੇ 'ਤੇ ਕਿਰਪਾ ਕੀਤੀ, ਮਾਲਵੇ 'ਤੇ ਬਹੁਤ ਵੱਡੀ ਕਿਰਪਾ ਕੀਤੀ, ਉੱਥੇ ਪਿਆਰਿਓ ਬਾਂਗਰ ਦੇ ਇਲਾਕੇ ਹਰਿਆਣੇ ਵਿੱਚ ਵੀ ਸਤਿਗੁਰਾਂ ਨੇ ਚਰਨ ਪਾਏ। ਪੂਰਬ ਵੱਲ ਕਿੱਥੇ ਢਾਕਾ, ਆਸਾਮ, ਪਟਨਾ ਸਾਹਿਬ, ਬੰਗਾਲ ਵੱਲ ਜਾ ਕੇ ਉੱਧਰੋਂ ਫਿਰ ਪਟਨਾ ਸਾਹਿਬ ਬਿਹਾਰ ਵੱਲ ਸਤਿਗੁਰੂ ਜੀ ਨੇ ਚਰਨ ਪਾਏ ਨੇ, ਧੂਪੜੀ ਸਾਹਿਬ ਤੱਕ। ਮੈਂ ਬੇਨਤੀ ਕਰਨ ਲੱਗਾ ਸੀ, ਇੱਕ ਅਸਥਾਨ ਹੀ ਧਮਧਾਨ ਸਾਹਿਬ। ਇੱਕ ਸਾਧੂ ਸੀ, ਉਹਦਾ ਨਾਮ ਸੀ ਧਮਧਾਨ, ਜਿਹਦੇ ਤੋਂ ਇਹ ਪਿੰਡ ਵਸਿਆ। 20-25 ਘਰ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਇੱਥੇ ਆਏ। ਇੱਥੋਂ ਦਾ ਚੌਧਰੀ ਸੀ ਭਾਈ ਦਗੋ ਜੀ। ਉਹ ਚੌਧਰੀ ਸੀ, ਕੁਝ ਸ਼ਰਧਾ ਵੀ ਰੱਖਦਾ ਸੀ, ਪਰ ਉਸ ਬਾਰੇ ਵੱਖ-ਵੱਖ ਰਾਇਆਂ ਨੇ ਵੀ ਉਹ ਕੁਝ ਚੋਰੀ ਜਾਂ ਕੁਝ ਧਾੜਵੀ ਬਿਰਤੀ ਦਾ ਵੀ ਸੀ। ਉਹਨੇ ਸਤਿਗੁਰਾਂ ਨੂੰ ਵੇਖਿਆ ਆਏ ਨੇ, ਇਸ ਨੇ ਸੇਵਾ ਕਰਨੀ ਚਾਹੀ, ਦੁੱਧ ਲਿਆਂਦਾ। ਸਤਿਗੁਰੂ ਜੀ ਕਹਿਣ ਲੱਗੇ ਤੇਰੇ ਵੱਲੋਂ ਲਿਆਂਦਾ ਦੁੱਧ ਅਸਾਂ ਪ੍ਰਵਾਨ ਨਹੀਂ ਕਰਨਾ। ਉਹਨੇ ਆਖਿਆ ਪਤਾ ਨਹੀਂ ਕੀ ਭੁੱਲ ਹੋਈ ਏ। ਸਤਿਗੁਰੂ ਕਹਿਣ ਲੱਗੇ ਜਿਹੜਾ ਤੂੰ ਦੁੱਧ ਲੈ ਕੇ ਆਇਆ ਇਹ ਪਵਿੱਤਰ ਨਹੀਂ, ਇਹਦੇ ਮਗਰ ਤੇਰੀ ਭਾਵਨਾ ਮਾੜੀ। ਕੀ ਉੱਥੇ ਮਿਲਦਾ ਹੈ? ਇੱਕ ਤਾਂ ਕਹਿੰਦੇ ਮਾਲ ਡੰਗਰ ਚੋਰੀ ਕਰਨ ਦੀ ਇਹਨੂੰ ਆਦਤ ਸੀ, ਵੀ ਚੋਰੀ ਦੀਆਂ ਗਾਂ ਮੱਝਾਂ ਦਾ ਦੁੱਧ ਲਿਆ ਕੇ ਸਤਿਗੁਰਾਂ ਦੇ ਘਰ ਭੇਟ ਕਰਨਾ ਪ੍ਰਵਾਨ ਨਹੀਂ। ਦੂਸਰਾ ਇਹ ਕਿਹਾ ਜਾਂਦਾ ਏ ਜਦੋਂ ਮੱਝਾਂ ਦੁੱਧ ਨਹੀਂ ਦੇਣੀਆਂ, ਮੂੜੀ ਲਾ ਕੇ ਭਾਵ ਮੱਝ ਨੂੰ ਡਰਾ ਕੇ ਧਮਕਾ ਕੇ ਉਹ ਫਿਰ ਉਹ ਦੁੱਧ ਉਤਾਰ ਦਿੰਦੀ, ਉਹ ਦੁੱਧ ਚੋ ਕੇ ਲਿਆਂਦਾ ਸੀ। ਸਤਿਗੁਰੂ ਜੀ ਕਹਿੰਦੇ ਇਸ ਘਰ ਅੰਦਰ ਜਿਹੜਾ ਕਿਸੇ ਨਾਲ ਧੱਕਾ ਕਰਕੇ ਭੇਟਾ ਆਵੇ ਉਹ ਭੇਟਾ ਪ੍ਰਵਾਨ ਨਹੀਂ ਹੈ। ਇਨਸਾਨ ਤੇ ਉਹ ਵੇ ਜਿਹੜਾ ਕਿਸੇ ਨੂੰ ਦੁੱਖ ਦੇਵੇ ਨਾ, ਸਗੋਂ ਦੂਸਰੇ ਦੇ ਦੁੱਖ ਦੂਰ ਕਰਨ ਲਈ ਆਪਣਾ ਤਨ ਪੇਸ਼ ਕਰੇ, ਮਨ ਪੇਸ਼ ਕਰੇ, ਧਨ ਪੇਸ਼ ਕਰੇ, ਦੂਜੇ ਦੇ ਕੰਮ ਆਵੇ। ਜੇ ਦੂਸਰੇ ਨੂੰ ਦੁੱਖ ਦੇ ਕੇ ਫਿਰ ਬੰਦਾ ਚਾਹੇ ਰੱਬ ਦੀ ਖੁਸ਼ੀ ਲੈ ਲਵਾਂ, ਕਦੇ ਖੋ ਨਹੀਂ ਸਕਦਾ। ਰੱਬ ਦੀ ਖੁਸ਼ੀ ਮਿਲਦੀ ਦੂਸਰੇ ਨੂੰ ਸੁੱਖ ਦੇ ਕੇ, ਦੂਸਰੇ ਦਾ ਭਲਾ ਕਰਕੇ, ਦੂਸਰੇ ਦੀ ਸੇਵਾ ਕਰਕੇ। ਆਪਾਂ ਵੇਖਿਆ ਸੀ ਨਾ ਭਾਈ ਨਾਰੂ ਜੀ ਜਿਹੜਾ ਬਾਅਦ 'ਚ ਨਾਰ ਸਿੰਘ ਬਣਿਆ ਕਾਲੇ ਕੇ ਦਾ, ਉਹ ਤਾਂ ਸਗੋਂ ਪੰਛੀਆਂ ਨੂੰ ਉਹ ਕਣਕ ਦੇ ਸਿੱਟੇ ਤੋੜ ਤੋੜ ਆਪ ਪਾ ਰਿਹਾ ਸੀ ਅਤੇ ਸਤਿਗੁਰੂ ਨੂੰ ਕਿਹੜੀਆਂ ਬਖਸ਼ਾਂ ਦੇ ਕੇ ਨਿਵਾਜਿਆ। ਪਰ ਇੱਥੇ ਭਾਈ ਦਗੋ ਜੀ ਕਿਸੇ ਦਾ ਦਿਲ ਦੁਖਾ ਕੇ ਆਇਆ ਹੈ। ਸਤਿਗੁਰੂ ਕਹਿੰਦੇ ਜਿਹਦਾ ਜੇ ਕੋਈ ਚਾਹੁੰਦਾ ਹੈ ਨਾ ਰੱਬ ਨੂੰ ਮਿਲਣਾ, ਬਾਬਾ ਫਰੀਦ ਸਾਹਿਬ ਦਾ ਬਚਨ ਨੇ ਕਹਿੰਦੇ ਕਿ ਚੇਤਾ ਰੱਖਣਾ ਸਭਨਾ ਮਨ ਮਾਨਕ ਠਾਕਨ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਖਿਆਓ ਨਾ ਠਾਕੇ ਕਹੀਦਾ। ਕਹਿੰਦੇ ਜੇ ਰੱਬ ਨੂੰ ਮਿਲਣਾ, ਜੇ ਉਹਦੀ ਖੁਸ਼ੀ ਲੈਣੀ ਤੇ ਫਿਰ ਕਿਸੇ ਦਾ ਦਿਲ ਨਾ ਦੁਖਾ। ਦਿਲ ਭਾਵੇਂ ਆਦਮੀ ਦਾ ਹੈ ਜਾਂ ਕਿਸੇ ਜਾਨਵਰ ਦਾ ਹੈ, ਉਹਦੇ ਵਿੱਚ ਉਹ ਆਪ ਹੀ ਬੈਠਾ ਹੋਇਆ ਹੈ ਨਾ। ਕਈ ਵਾਰ ਆਦਮੀ ਸੋਚਦਾ ਵੀ ਸ਼ਾਇਦ ਬੰਦੇ ਦਾ ਦਿਲ ਤਾਂ ਨਹੀਂ ਦੁਖਾਉਂਦਾ, ਪਸ਼ੂ ਪੰਛੀਆਂ ਨੂੰ ਕਿਹੜਾ ਪਤਾ ਹੈ। ਨਹੀਂ, ਉਹਨਾਂ ਵਿੱਚ ਉਹ ਆਪ ਹੀ ਵਰਤ ਰਿਹਾ ਹੈ। ਗੁਰਬਾਣੀ ਦਾ ਬਚਨ ਹੈ ਨਾ, ਸਭੈ ਕਟ ਰਾਮ ਬੋਲੇ
राम बोले राम बिना को बोले रे। जो बोलत है मृग मीन पंखेरो, सो बिन हर जापत है नहीं होर। कहते जितने भी जीव ਹਨ ਇਹਨਾਂ ਵਿੱਚ ਰੱਬ ਆਪ ਹੀ ਬੋਲਦਾ ਹੈ। ਕਿਸੇ ਦਾ ਦਿਲ ਦੁਖਾਣਾ ਇਹਦੇ ਤੋਂ ਵੱਡਾ ਪਾਪ ਕੋਈ ਨਹੀਂ, ਪਰ ਕਿਸੇ ਦੁਖੇ ਹੋਏ ਦਿਲ ਨੂੰ ਧੀਰਜ ਦੇਣੀ ਇਹਦੇ ਵਰਗਾ ਪੁੰਨ ਕੋਈ ਨਹੀਂ। ਸਤਿਗੁਰਾਂ ਨੇ ਇੱਕ ਜਗ੍ਹਾ 'ਤੇ ਬਚਨ ਸਮਝਾਏ ਨੇ, ਕਹਿੰਦੇ ਜੇਕਰ ਕੋਈ ਆਦਮੀ ਤਮਾਮ ਸੁੱਖ ਚਾਹੁੰਦਾ ਹੈ ਨਾ, ਵੀ ਸਾਰੇ ਸੁੱਖ ਮੈਨੂੰ ਮਿਲ ਜਾਣ, ਤਾਂ ਉਹਨਾਂ ਨੂੰ ਸਤਿਗੁਰੂ ਦੇ ਕੁਝ ਬਚਨ ਦੱਸੇ ਗਏ। ਸਾਹਿਬ ਕਹਿੰਦੇ ਜੇ ਸਰਵ ਸੁੱਖਾਂ ਫਲ ਲੋੜੀਐ, ਸੋ ਸੱਚ ਕਮਾਵੋ। ਕਹਿੰਦੇ ਸੱਚ ਦੀ ਕਮਾਈ ਕਰੋ। ਦੂਜਾ ਬਚਨ ਨੇੜੇ ਦੇਖੋ ਪਾਰ ਬ੍ਰਹਮ, ਹਰ ਨਾਮ ਧਿਆਵੋ। ਕਹਿੰਦੇ ਰੱਬ ਨੂੰ ਦੂਰ ਨਾ ਸਮਝੋ, ਆਪਣੇ ਨੇੜੇ ਸਮਝ ਕੇ ਉਹਦਾ ਧਿਆਨ ਧਰੋ, ਫਿਰ ਹੋਏ ਸਗਲ ਕੀ ਰੇਣਕਾ। ਪਿਆਰਿਓ ਸਤਿਗੁਰਾਂ ਦੇ ਬਚਨ ਨੇ ਭਈ ਜੇਕਰ ਆਪਣੇ ਆਪ ਨੂੰ ਚਰਨ ਧੂੜ ਬਣਾ ਕੇ ਰੱਖੋ ਸਾਰਿਆਂ ਦੀ। ਚੌਥਾ ਬਚਨ ਕੀਤਾ ਨੇ ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਘਰ ਜਾਵੋ। ਕਹਿੰਦੇ ਕਿਸੇ ਨੂੰ ਦੁੱਖ ਨਾ ਦਿਓ ਤਾਂ ਇੱਜ਼ਤ ਪਤ ਨਾਲ ਜਾਓਗੇ। ਸਤਿਗੁਰਾਂ ਨੇ ਭਾਈ ਦੱਗੋ ਨੂੰ ਸਮੱਤ ਦਿੱਤੀ, ਦੱਗੋ ਜੀ ਇਹ ਧੱਕਾ ਕਰਨਾ, ਜੀਵਾਂ ਨੂੰ ਦੁੱਖ ਦੇਣਾ ਇਹ ਭਲਾ ਨਹੀਂ। ਉਹਨੇ ਮਾਫੀ ਮੰਗੀ, ਪਛਚਾਤਾਪ ਕੀਤਾ। ਸਤਿਗੁਰੂ ਜੀ ਨੇ ਉਹਨੂੰ ਵੇਖਿਆ ਅੰਦਰੋਂ ਪਛਤਾ ਰਿਹਾ, ਉਹਨੂੰ ਬਖਸ਼ ਦਿੱਤਾ। ਫਿਰ ਉਸ ਦੇ ਕਹਿੰਦੇ ਕਿਸੇ ਹੋਰ ਇੱਕ ਮਿਸਤਰੀ ਪਰਿਵਾਰ ਨੇ ਦੁੱਧ ਭੇਟ ਕੀਤਾ, ਸਤਿਗੁਰਾਂ ਨੇ ਉਹ ਪ੍ਰਵਾਨ ਕਰ ਲਿਆ। ਫਿਰ ਦਗੋ ਦੀ ਵੀ ਸੇਵਾ ਪ੍ਰਵਾਨ ਕੀਤੀ, ਉਹਨੂੰ ਉਸ ਕੰਮ ਤੋਂ ਹਟਾਇਆ। ਜਦੋਂ ਸੇਵਾ ਕੀਤੀ, ਕਿਹਾ ਜਾਂਦਾ ਤਮਤਾਨ ਸਾਹਿਬ ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਇੱਕ ਵਾਰ ਨਹੀਂ ਕਾਫੀ ਵਾਰੀ ਆਏ ਨੇ। ਖੈਰ ਇਹ ਕਮਾਲ ਦੀ ਖੇਡ ਹੈ ਨਾ, ਹਰ ਘਟਨਾ ਵਿੱਚੋਂ ਸਤਿਗੁਰੂ ਜੀ ਸਿੱਖਿਆ ਦੇ ਰਹੇ ਹਨ। ਪਰਾਇਆ ਹੱਕ ਨਾ ਮਾਰਨਾ, ਕਿਸੇ ਨੂੰ ਦੁੱਖ ਨਹੀਂ ਦੇਣਾ। ਭਾਈ ਦਗੋ ਤੇ ਖੁਸ਼ ਸੀ। ਦੂਜਾ ਪੱਖ ਜਰਾ ਵੇਖਣਾ, ਜਦੋਂ ਅਸੀਂ ਅੰਮ੍ਰਿਤ ਵੀ ਛਕ ਲਈਏ, ਗੁਰਸਿੱਖੀ ਦੇ ਰਾਹ 'ਤੇ ਤੁਰ ਵੀ ਪਈਏ, ਪਾਠ ਵੀ ਕਰਦੇ ਖੋਈਏ, ਮਤ ਸਮਝੀਏ ਵੀ ਹੁਣ ਅਸੀਂ ਬਸ ਪਾਸ ਹਾਂ, ਸਾਨੂੰ ਹੁਣ ਸੁਚੇਤ ਹੋਣ ਦੀ ਲੋੜ ਕੋਈ ਨਹੀਂ, ਹੁਣ ਤੇ ਸਾਡੇ 'ਤੇ ਮਹਾਰਾਜ ਖੁਸ਼ ਨੇ। ਨਹੀਂ, ਸਗੋਂ ਉਲਟਾ ਜਦੋਂ ਅੰਮ੍ਰਿਤ ਦੀ ਦਾਤ ਨਹੀਂ ਸੀ ਮਿਲੀ, ਉਦੋਂ ਭਾਵੇਂ ਅਵੇਸਲੇ ਖੋਈਏ, ਅੰਮ੍ਰਿਤ ਦੀ ਦਾਤ ਤੋਂ ਬਾਅਦ ਤਾਂ ਵੱਧ ਸੁਚੇਤ ਹੋਣਾ ਚਾਹੀਦਾ। ਜਦੋਂ ਪਾਠ ਪੂਜਾ ਸਿਮਰਨ ਨਹੀਂ ਸੀ, ਉਦੋਂ ਖਤਰਾ ਨਹੀਂ ਸੀ, ਹੁਣ ਵੱਧ ਖਤਰਾ ਹੈ। ਉਹਦਾ ਕਾਰਨ ਜਿਹੜਾ ਘਰ ਖਾਲੀ ਹੋਵੇ ਉੱਥੋਂ ਚੋਰਾਂ ਦਾ ਡਰ ਕਾਹਦਾ। ਜਿਹੜੇ ਘਰ ਵਿੱਚ ਮਾਲ ਹੈ, ਸਾਜੋ ਸਮਾਨ, ਪੈਸਾ ਟੱਕਾ, ਡਰ ਵੀ ਉੱਥੇ ਹੀ ਹੈ। ਸਤਿਗੁਰੂ ਜੀ ਦੇ ਕੀਮਤੀ ਧਾਨੇ ਅੰਮ੍ਰਿਤ ਦਾ ਮਿਲਣਾ, ਨਾਮ ਦਾ ਜਪਣਾ, ਸੇਵਾ ਦਾ ਕਰਨਾ, ਪਾਠ ਕਰਨਾ, ਇਹਦਾ ਕੋਈ ਮੁੱਲ ਕੋਈ ਨਹੀਂ। ਕਹਿੰਦੇ ਇਹਨੂੰ ਸੰਭਾਲ ਕੇ ਰੱਖਣਾ, ਜ਼ਿੰਮੇਵਾਰੀ ਵੱਧ ਜਾਂਦੀ ਏ। ਜੇਕਰ ਨਹੀਂ ਨਾ ਧਿਆਨ ਕਰਾਂਗੇ, ਪਤਾ ਨਹੀਂ ਕਿਹੜੇ ਵਕਤ ਮਨ ਸ਼ਰਾਰਤ ਕਰਕੇ ਸਾਡੇ ਤੋਂ ਇਹੋ ਜਿਹੀ ਸੋਚ, ਸਾਡੀ ਨੀਅਤ ਮਾੜੀ ਕਰਕੇ ਇਹ ਸਾਰਾ ਕੁਝ ਖੇਡ ਬਣੀ ਬਣਾਈ ਗਵਾਚ ਵੀ ਸਕਦੀ ਹੈ। ਤਾਂ ਹੀ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਹਿੰਦੇ ਜਿੰਨਾ ਮਰਜ਼ੀ ਕਿਸੇ ਕੋਲ ਧਨ ਹੋਵੇ ਬਾਹਰਲਾ ਭਾਵੇਂ ਅੰਦਰਲਾ, ਇੱਜ਼ਤ ਮਾਣ ਹੋਵੇ, ਰਾਹ 'ਤੇ ਵੀ ਸਹੀ ਤੁਰਦੇ ਖੋਈਏ, ਪਰ ਕਦੇ ਮਾਣ ਨਾ ਕਰੀਏ ਵੀ ਮੈਂ ਕੌਣ ਠੀਕ ਹਾਂ, ਮੈਨੂੰ ਡਰ ਕੋਈ ਨਹੀਂ। ਕਹਿੰਦੇ ਜਿਹੜੀ ਬੇੜੀ ਸਾਗਰ ਵਿੱਚ ਹੋਵੇ ਨਾ, ਭਾਵੇਂ ਉਹ 100 ਮੀਲ ਸਮੁੰਦਰ ਤੋਂ ਚੱਲ ਕੇ ਸਮੁੰਦਰ ਦੇ ਵਿੱਚ ਤੈਰਦੀ ਸਮਾਨ ਲੈ ਕੇ ਸਵਾਰੀਆਂ ਨੂੰ ਲੈ ਕੇ ਆ ਜਾਵੇ, ਜੇ ਅਜੇ ਮੀਲ ਅੱਧ ਮੀਲ ਰਹਿ ਗਿਆ ਹੈ, 99 ਮੀਲ ਉਹਨੇ ਕੱਟ ਲਿਆ ਏ, 99.5 ਵੀ ਕੱਟ ਲਿਆ ਏ, ਪਰ ਅਜੇ ਵੀ ਉਹਨੂੰ ਖਤਰਾ ਹੈ ਤਾਂ ਸਮੁੰਦਰ ਦੇ ਵਿੱਚ ਹੀ ਨਾ। ਜਿੰਨਾ ਚਿਰ ਕੰਢੇ ਨਹੀਂ ਲੱਗ ਜਾਂਦੀ ਉਹਨਾਂ ਚਿਰ ਡਰ ਹੈ। ਇਹ ਜ਼ਿੰਦਗੀ ਦਾ ਬੇੜਾ ਜਿੰਨਾ ਚਿਰ ਅੰਤਲਾ ਸਵਾਸ ਹੈ, ਸਤਿਗੁਰੂ ਦੇ ਭੈ ਵਿੱਚ ਰਹਿਣ ਦੀ ਲੋੜ ਹੁੰਦੀ, ਭਾਵਨਾ ਚਾਹੀਦੀ ਹੈ। ਮਹਾਰਾਜ ਜੀ ਦਾ ਬਚਨ ਹੈ, ਸਾਹਿਬ ਕਹਿੰਦੇ ਕਬੀਰ ਗਰਬ ਨਾ ਕੀਜੀਐ, ਰੰਕ ਨ ਹਸੀਐ ਕੋਇ, ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੂ ਕਿਆ ਖੋਏ। ਖੁਰੇ ਕੀ ਹੋਣਾ ਕੱਲ੍ਹ ਨੂੰ,
ਇਸ ਕਰਕੇ ਸੁਚੇਤ ਹੋਣ ਦੀ ਲੋੜ ਹੁੰਦੀ ਏ। ਸਿਆਣੇ ਲੋਕ ਕਹਿੰਦੇ ਦੁਕਾਨ ਖੋਲ੍ਹਣੀ ਸੌਖੀ, ਪਰ ਦੁਕਾਨ ਨੂੰ ਚੱਲਦੀ ਰੱਖਣਾ ਇਹ ਔਖਾ ਹੈ। ਗੁਰੂ ਕੇ ਪਿਆਰਿਓ, ਤੋ ਭਾਈ ਦਗੋ ਜੀ ਤੇ ਬਖਸ਼ਿਸ਼ ਹੋ ਗਈ। ਸਤਿਗੁਰੂ ਜੀ ਨੇ ਧਨ ਦਿੱਤਾ। ਆਪ ਸਤਿਗੁਰੂ ਜੀ ਦਿੱਲੀ ਵੱਲ ਉਦੋਂ ਗਏ ਨੇ, ਕਹਿਣ ਲੱਗੇ ਭਾਈ ਦਗੋ ਆ ਲਓ, ਬਹੁਤ ਸਾਰੀਆਂ ਸਤਿਗੁਰਾਂ ਨੇ ਉਦੋਂ ਮੋਹਰਾਂ ਖੁੰਦੀਆਂ ਸੀ ਦਿੱਤੀਆਂ, ਇਹਦੇ ਨਾਲ ਤੁਸੀਂ ਕਿਤੇ ਸੰਗਤ ਲਈ ਖੂਹ ਲਵਾਉਣਾ ਹੈ। ਇਹ ਜ਼ਮੀਨ ਜੋ ਸਤਿਗੁਰਾਂ ਨੂੰ ਸਾਂਝੀ ਭੇਟ ਕੀਤੀ ਗਈ, ਦੂਸਰਾ ਮਕਾਨ ਬਣਾਉਣਾ ਹੈ ਤਾਂ ਕਿ ਆ ਗਿਆ ਮੁਸਾਫਰ ਸੰਗਤ ਦੀ ਸੇਵਾ ਲਈ, ਅਤੇ ਤੀਸਰਾ ਬਾਗ ਲਾਉਣਾ ਹੈ। 7 ਬਚਨ ਸਤਿਗੁਰੂ ਜੀ ਚਲੇ ਗਏ। ਸਾਰਿਆਂ ਨੂੰ ਪੰਚਾਇਤ ਨੂੰ ਬੁਲਾ ਕੇ ਇਹ ਸੇਵਾ ਨੂੰ ਦਿੱਤੀ ਸੀ। ਸਾਰਿਆਂ ਨੇ ਕਿਹਾ ਜੀ ਠੀਕ ਹੈ 7 ਬਚਨ। ਸਤਿਗੁਰੂ ਜੀ ਗਏ। ਦਗੋ ਦਾ ਮਨ ਫਿਰ ਡੋਲ ਗਿਆ। ਮੈਂ ਫਿਰ ਬੇਨਤੀ ਕਰ ਲੱਗਾ ਖਾਂ, ਜਦੋਂ ਕੋਈ ਸਤਿਗੁਰੂ ਜੀ ਦੇ ਰਾਹ 'ਤੇ ਤੁਰ ਪੈਂਦਾ ਏ, ਉਹਨੂੰ ਫਿਰ ਗੁਰਮੁਖਾਂ ਦੀ ਉੱਚੀ ਸੁੱਚੀ ਸੰਗਤ ਦੀ ਬਹੁਤ ਵੱਧ ਲੋੜ ਹੁੰਦੀ। ਜੇ ਨੀਵੀਂ ਸੋਚ ਵਾਲੇ ਲੋਕਾਂ ਦੇ ਨਾਲ ਵਾਹ ਰਹੇਗਾ ਤਾਂ ਸਾਡੀ ਸੋਚ ਨੀਵੀਂ ਹੋ ਜਾਏਗੀ। ਜ਼ਰੂਰ ਉਹ ਗੁਰੂ ਕੀ ਸੰਗਤ, ਗੁਰਮੁਖਾਂ ਦੀ ਸੰਗਤ ਹੀ ਸੰਭਾਲ ਕੇ ਰੱਖਦੀ। ਭਾਈ ਦਗੋ ਜੀ ਨੂੰ ਮਿਲ ਗਈ ਦਾਤ, ਪਰ ਸੰਭਾਲ ਨਹੀਂ ਗਈ, ਡੋਲ ਗਿਆ। ਇਹਨੇ ਖੂਹ ਆਪਣੀ ਜ਼ਮੀਨ 'ਚ ਬਣਾ ਲਿਆ, ਪਟਵਾ ਲਿਆ। ਮਕਾਨ ਵੀ ਉੱਥੇ ਹੀ, ਬਾਗ ਵੀ ਇਹਨੇ ਉੱਥੇ ਨਹੀਂ ਲਾਇਆ ਅਤੇ ਆਪਣੀ ਜ਼ਮੀਨ 'ਚ। ਕੁਝ ਸਮੇਂ ਬਾਅਦ ਸਤਿਗੁਰੂ ਜੀ ਨੂੰ ਮਿਲਣ ਗਈ ਪੰਚਾਇਤ ਅਤੇ ਦਗੋ ਵੀ ਨਾਲ, ਪਰ ਇਹ ਡਰਦਾ ਮਾਰਾ ਸ਼ਰਮਿੰਦਾ ਮਿਲਿਆ ਨਹੀਂ। ਪੰਚਾਇਤ ਮਿਲੀ। ਸਤਿਗੁਰਾਂ ਨੇ ਬਚਨ ਕੀਤਾ ਭਾਈ ਅਸੀਂ ਪੈਸੇ ਦੇ ਕੇ ਆਏ ਸੀ, ਖੂਹ ਲੱਗ ਗਿਆ, ਮਕਾਨ ਬਣਿਆ, ਬਾਗ ਲੱਗਾ। ਪੰਚਾਇਤ ਨੇ ਸੱਚ ਦੱਸਿਆ ਭਾਈ ਦਗੋ ਜੀ ਨੇ ਇਹ ਸਾਰਾ ਕੁਝ ਆਪਣੀ ਜ਼ਮੀਨ ਵਿੱਚ ਕਰ ਲਿਆ। ਸਤਿਗੁਰਾਂ ਨੇ ਕਿਹਾ ਨਾ ਦਗੋ ਨਾ ਖੂਹ। ਜਿਹੜਾ ਸਤਿਗੁਰੂ ਦਾ ਬਚਨ ਨਹੀਂ ਕਮਾਇਆ, ਇਹ ਉਹਦੇ ਕੋਲ ਜ਼ਮੀਨਾਂ ਵੀ ਨਹੀਂ ਰਹਿਣੀਆਂ ਅਤੇ ਖੂਹ ਨਹੀਂ ਰਹਿਣੇ। ਵਾਕਿਆ ਹੀ ਸਮਾਂ ਪਾ ਕੇ ਸਾਰਾ ਕੁਝ ਉਹਦੇ ਕੋਲੋਂ ਚਲਾ ਗਿਆ। ਪਰ ਸਤਿਗੁਰੂ ਜੀ ਨੇ ਉਹਨਾਂ 'ਤੇ ਬਾਕੀਆਂ 'ਤੇ ਜੋ ਬਖਸ਼ਾਂ ਕੀਤੀਆਂ, ਉਹ ਬਖਸ਼ਾਂ ਅੱਜ ਵੀ ਮੌਜੂਦ ਨੇ। ਹੁਣ ਤਾਂ ਉਹ ਬਹੁਤ ਵੱਡਾ ਅਸਥਾਨ ਹੈ ਸਤਿਗੁਰਾਂ ਦਾ ਬਣਿਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪ੍ਰਬੰਧਕ ਹੈ। ਬਹੁਤ ਸੰਗਤਾਂ, ਬਹੁਤ ਸਾਰੀ ਗੁਰੂ ਘਰ ਦੇ ਨਾਮ ਜ਼ਮੀਨ ਹੈ। ਇਹ ਜ਼ਮੀਨਾਂ 'ਤੇ ਬਾਅਦ ਵਿੱਚ ਬਹੁਤੀਆਂ ਰਾਜੇ ਕਰਮ ਸਿੰਘ ਹੋਰਾਂ ਨੇ ਇਹ ਲਵਾਈਆਂ ਨੇ। ਬਹਾਦਰਗੜ੍ਹ ਦੀ ਵੀ ਸੇਵਾ ਆਪਾਂ ਵੇਖਾਂਗੇ, ਉਹ ਵੀ ਇੱਕ ਕਿਲ੍ਹਾ ਵੀ ਰਾਜਾ ਕਰਮ ਸਿੰਘ ਨੇ ਬਣਵਾਇਆ ਸੀ। ਤੋ ਮੇਰੇ ਕਹਿਣ ਤੋਂ ਮੁਰਾਦ ਦਗੋ ਨੂੰ ਪਹਿਲਾਂ ਸੰਗਤ ਮਿਲੀ, ਸਤਿਗੁਰੂ ਜੀ ਨੇ ਕਿਰਪਾ ਕਰਕੇ ਮੋੜਿਆ, ਫਿਰ ਡੋਲ ਜਾਂਦਾ ਹੈ, ਫਿਰ ਸਤਿਗੁਰੂ ਜੀ ਤੇ ਬਖਸ਼ ਦਿੰਦੇ। ਪਰ ਕਈ ਵਾਰ ਬੰਦਾ ਇਸੇ ਆਸ ਨਾਲ ਹੀ ਭੁੱਲਾਂ ਕਰੀ ਜਾਂਦਾ ਹੈ, ਚਲੋ ਸਤਿਗੁਰੂ ਜੀ ਨੇ ਤੇ ਬਖਸ਼ ਹੀ ਦੇਣਾ, ਕਦੇ ਨਹੀਂ ਸੋਚਣਾ ਚਾਹੀਦਾ ਇਹ ਤਾਂ ਉਹਦੀ ਮੌਜ ਹੈ ਨਾ, ਮੌਕਾ ਦੁਬਾਰਾ ਦੇਵੇਗਾ ਕਿ ਨਹੀਂ ਦੇਵੇਗਾ। ਇਸ ਕਰਕੇ ਹਰ ਕਦਮ ਸੁਚੇਤ ਹੋ ਕੇ ਇਸ ਰਾਹ 'ਤੇ ਪੁੱਟੀਏ, ਕਦੇ ਮਾਨ ਨਾ ਕਰੀਏ, ਦੂਸਰਾ ਕਿਸੇ ਨੂੰ ਦੁੱਖ ਨਾ ਦਈਏ, ਭਲਾ ਕਰੀਏ। ਇੱਥੇ ਹੀ ਨਾ ਇੱਕ ਹੋਰ ਬਹੁਤ ਹੀ ਰੱਬ ਦੇ ਪਿਆਰ ਵਿੱਚ ਰੱਤੀ ਹੋਈ ਰੂਹ ਸੀ, ਪਹਿਲਾਂ ਤੋਂ ਨਾਲ ਆ ਰਹੀ ਸੀ। ਇਹ ਬਾਂਗਰ ਦਾ ਇਲਾਕਾ ਹੋਣ ਕਾਰਨ ਪਾਣੀ ਦੀ ਥੋੜ, ਮਿੱਟੀ ਘੱਟਾ ਉੱਡਦਾ ਰਹਿੰਦਾ। ਇਹ ਗੁਰੂ ਕਾ ਪਿਆਰਾ, ਇਸ ਨੇ ਇਹਦਾ ਨਾਂ ਤੇ ਸੀ ਰਾਮ ਜੀ। ਪਰ ਇਸ ਨੇ ਜਦੋਂ ਸੇਵਾ ਕਰਨੀ, ਪਾਣੀ ਦੂਰੋਂ ਲਿਆ ਕੇ ਤੇ ਰਾਹਾਂ 'ਤੇ ਛਿੜਕਣਾ, ਜਿੱਥੇ ਸੰਗਤ ਨੇ ਆਉਣਾ ਹੁੰਦਾ ਜਾਂ ਮਹਾਰਾਜ ਦੀਵਾਨ ਲਾਣਾ, ਮੀਂਹ ਪਾ ਦੇਣਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਕਹਿਣ ਲੱਗੇ ਬਈ ਤੂੰ ਤਾਂ ਮੀਂਹ ਪਾ ਦਿੱਤਾ ਅਤੇ ਮੀਂਹ ਤੈਨੂੰ ਮੀਂਹ ਸਾਹਿਬ ਕਹਿ ਦਿੱਤਾ। ਉਹਦਾ ਨਾਂ ਹੀ ਮੀਆਂ ਸਾਹਿਬ ਜਾਂ ਮੀਂਹ ਸਾਹਿਬ ਪੈ ਗਿਆ। ਸਤਿਗੁਰੂ ਜੀ ਉਹਦੀ ਸੇਵਾ ਤੋਂ ਬੜੇ ਖੁਸ਼। ਉਹਨੇ ਦਿਨੇ ਰਾਤ ਘੜਾ ਕਦੇ ਮੋਢਿਆਂ ਕਿਤੇ ਕਦੇ ਸਿਰ 'ਤੇ ਉਹਨੇ ਇਹਨੂੰ ਬਣਾ ਕੇ ਚੁੱਕ ਕੇ 2-2 ਘੜੇ ਪਾਣੀ ਦੇ ਵੱਡੇ ਭਰ ਕੇ ਲਿਆਉਣੇ ਅਤੇ ਮਸਤ ਰਹਿਣਾ। ਕੋਈ ਮੰਗ ਨਹੀਂ, ਕੋਈ ਕਿਸੇ ਨਾਲ ਉਸ ਦਾ ਕੋਈ ਝਗੜਾ ਨਹੀਂ, ਪਿਆਰ ਵਿੱਚ ਉਹਨੇ ਭਿੱਜੇ ਰਹਿਣਾ। ਸਦਾ ਹੀ ਉਹਦੇ ਅੰਦਰ ਇੱਕ ਮਸਤੀ ਜਿਹੀ ਛਾਈ ਰਹਿੰਦੀ। ਰੱਬ ਕਰੇ ਹਰ ਮਨੁੱਖ ਦੇ ਅੰਦਰ ਇਹ ਮਸਤੀ ਬਣੇ। ਮਨ ਬਣਨ ਨਹੀਂ ਦਿੰਦਾ। ਮਨ ਦੀ ਆਦਤ 'ਤੇ ਇਹਨੇ ਸਤਿਗੁਰੂ ਵੱਲ ਘੱਟ ਅਤੇ ਸੰਗਤ ਕੀ ਕਰਦੀ ਉਹਨੇ ਵੱਧ ਖਾਣਾ ਹੁੰਦਾ ਹੈ।
ਮੈਂ ਅੰਦਰ ਕੀ ਕਰਦਾ ਇਹ ਨਹੀਂ ਵੇਖਣਾ, ਆਲਾ ਦੁਆਲਾ ਕੀ ਕਰਦਾ ਉਹਨਾਂ ਦੇ ਗੁਣ ਔਗਣਾਂ ਨੂੰ ਵੇਖੇਗਾ। ਇਹ ਆਪਾਂ ਸਤਿਗੁਰਾਂ ਦੀ ਬਾਣੀ ਜਦੋਂ ਆਰੰਭ ਕਰਾਂਗੇ ਤੇ ਮਹਾਰਾਜ ਦੇ ਬਚਨ ਵਿਚਾਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੀ ਇੱਥੋਂ ਸ਼ੁਰੂ ਹੁੰਦਾ ਏ ਵੀ ਜੀਵਨ ਦਾ ਨਿਸ਼ਾਨਾ ਬਣਾਓ ਤੇ ਨਿਸ਼ਾਨੇ ਤੇ ਧਿਆਨ ਕਰੋ। ਭਾਈ ਮੀਆਂ ਸਾਹਿਬ ਕੋਲ ਇਹ ਬਖਸ਼ਿਸ਼ ਸੀ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਬਹੁਤ ਖੁਸ਼ ਹੋਏ। ਆਪ ਇਹਦੇ ਸਿਰ ਤੋਂ ਇਹਨੂੰ ਤਾਰਿਆ, ਭਾਰ ਢੋ ਢੋ ਕੇ ਸਿਰ ਤੇ ਵੀ ਜ਼ਖਮ ਤੇ ਹੱਥਾਂ ਤੇ ਵੀ ਸਤਿਗੁਰੂ ਜੀ ਨੇ ਆਪ ਸੇਵਾ ਕੀਤੀ, ਸੰਭਾਲਿਆ ਤੇ ਇਸ ਨੂੰ ਸਤਿਗੁਰਾਂ ਜੀ ਨੇ ਆਪ ਕਿਰਪਾ ਕਰਕੇ ਦਿੱਤਾ ਸੀ। ਬੈਲ ਨਗਾਰਾ ਦਿੱਤਾ ਤੇ ਝੰਡਾ ਪਈ ਤੂੰ ਜਾ ਹੁਣ ਲੁਕਾਈ ਦੀ ਸੇਵਾ ਕਰ। ਇਹਨੇ ਬਹੁਤ ਸੇਵਾ ਕੀਤੀ, ਬਹੁਤ ਸੇਵਾ ਨਿਭਾਈ, ਪਰ ਰਹਿੰਦਾ ਸੀ ਮਸਤੀ ਵਿੱਚ। ਮਸਤੀ ਵਿੱਚ ਰਹਿੰਦਿਆਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਵਾਰੀ ਦਰਬਾਰ ਲੱਗਾ ਸੀ ਤੇ ਆਪਣੇ ਆਨੰਦ ਵਿੱਚ ਇਹ ਉਸੇ ਤਰ੍ਹਾਂ ਹੀ ਨਗਾਰੇ ਵਜਾਉਂਦਾ ਖੋਇਆ। ਇਹਨੂੰ ਬੈਲ ਗੱਡੀ ਮਿਲੀ ਸੀ, ਉਹ ਵੀ ਲੈ ਕੇ ਸਤਿਗੁਰੂ ਦੀਆਂ ਬਖਸ਼ਾਂ ਬਹੁਤ ਸਨ ਇਹਦੇ ਉੱਪਰ, ਤਾਂ ਉਸੇ ਤਰ੍ਹਾਂ ਆ ਗਿਆ। ਦੀਵਾਨ ਵਿੱਚ ਥੋੜ੍ਹੀ ਡਿਸਟਰਬੈਂਸ ਹੋਈ, ਧਿਆਨ ਟੁੱਟੇ। ਸਤਿਗੁਰੂ ਜੀ ਨੇ ਕਿਹਾ ਖੋਲ੍ਹੋ ਇਹਦੇ ਕੋਲੋਂ ਇਹ ਬੈਲ ਵੀ, ਨਗਾਰਾ ਝੰਡਾ ਸਭੋ ਕੁਝ ਖੋਹ ਲਵੋ। ਖੋਹ ਲਿਆ। ਇਹ ਉਸੇ ਤਰ੍ਹਾਂ ਆਨੰਦ ਵਿੱਚ ਆ ਨਮਸਕਾਰ ਕੀਤੀ ਬੈਠਾ। ਸਤਿਗੁਰਾਂ ਨੇ ਪੁੱਛਿਆ ਪਰ ਮੀਆਂ ਸਾਹਿਬ ਤੈਨੂੰ ਦੁੱਖ ਨਹੀਂ ਹੋਇਆ, ਤੇਰੇ ਕੋਲ ਸਾਰਾ ਕੁਝ ਖੋਹ ਲਿਆ। ਕਹਿਣ ਲੱਗਾ ਸਾਹਿਬਾ ਦੁੱਖ ਕਾਹਦਾ, ਦਿੱਤੇ ਵੀ ਤੁਸਾਂ ਆਪ ਸਨ, ਲੈ ਵੀ ਤੁਸਾਂ ਆਪ ਨੇ, ਮੈਂ ਕੌਣ ਹੁੰਨਾ ਵਿਚਕਾਰ ਗੁੱਸਾ ਕਰਨ ਵਾਲਾ। ਕਿਉਂਕਿ ਜਾਣ ਬੁੱਝ ਕੇ ਨਹੀਂ ਸੀ ਰੌਲਾ ਪਾ ਰਿਹਾ, ਇਹ ਉਹਦੇ ਪਿਆਰ ਵਿੱਚ ਮਸਤ ਸੀ। ਇਹ ਦਿਨੇ ਰਾਤ ਕਿਸੇ ਆਨੰਦ ਖੇੜੇ ਵਿੱਚ ਰਹਿਣ ਵਾਲਾ। ਸਤਿਗੁਰੂ ਜੀ ਨੇ ਵੇਖਿਆ ਅੰਦਰੋਂ ਕਿਤਨੀ ਨਿਮਰਤਾ, ਕਿਤਨਾ ਪਿਆਰ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਇਹਨੂੰ ਉਹ ਵੀ ਸਮਾਨ ਵਾਪਸ ਕਰ ਦਿੱਤਾ ਤੇ ਨਾਲ ਗਰੀਬ ਨਵਾਜ ਪਿਤਾ ਨੇ ਨਗਾਰਾ, ਨਿਸ਼ਾਨ ਸਾਹਿਬ, ਇੱਕ ਸ੍ਰੀ ਸਾਹਿਬ, ਇੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਵੀ ਦਿੱਤਾ ਵੀ ਤੂੰ ਜਾ ਤੇ ਜਾ ਹੁਣ ਸਿੱਖੀ ਦਾ ਪ੍ਰਚਾਰ ਕਰ। ਇਹਦੀ ਬਦੌਲਤ ਬਹੁਤ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਮਹਾਰਾਜ ਜੀ ਨੇ ਕਰਵਾਇਆ ਸੀ। ਮੈਂ ਇੱਥੇ ਇੱਕ ਬੇਨਤੀ ਕਰਨਾ ਚਾਹਾਂਗਾ, ਜਿਹੜੀਆਂ 6 ਬਖਸ਼ਿਸ਼ਾਂ ਦਾ ਇਤਿਹਾਸ ਵਿੱਚ ਜ਼ਿਕਰ ਹੁੰਦਾ ਏ, ਉਹਨਾਂ 'ਚੋਂ ਇੱਕ ਬਖਸ਼ਿਸ਼ ਸੀ ਇਹ, ਇੱਕ ਬਖਸ਼ਿਸ਼ ਭਗਤ ਭਗਵਾਨ ਜੀ ਦੀ, ਉਹ ਵੀ 7ਵੇਂ ਗੁਰਦੇਵ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ। ਉਹਨਾਂ 'ਤੇ ਬਖਸ਼ਿਸ਼ ਦਾ ਮਤਲਬ ਹੁੰਦਾ ਏ ਇੱਕ ਉਹ ਆਦਮੀ ਜਿਸ ਕੋਲੋਂ ਇੰਨੀ ਕਮਾਈ ਹੋ ਗਈ, ਉਹਦੇ ਕਪਾਟ ਖੁੱਲ੍ਹ ਗਏ ਖੋਣ, ਉਹਦੀ ਰਚਨਾ ਤੋਂ ਜੋ ਬਚਨ ਹੋਏਗਾ ਮਨੁੱਖਤਾ ਦੇ ਭਲੇ ਲਈ ਹੋਏਗਾ, ਜਿਹਦੀ ਆਪਣੀ ਅੰਦਰੋਂ ਖੋਮ ਮੁੱਕ ਚੁੱਕੀ ਏ, ਜਿਹਦੇ ਅੰਦਰ ਹੁਣ ਕੇਵਲ ਤੇ ਕੇਵਲ ਸਤਿਗੁਰੂ ਪਰਮੇਸ਼ਰ ਆਪ ਹੀ ਵਰਤਦਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਬਿਲਕੁਲ ਅੰਦਰੋਂ ਮਰ ਚੁੱਕੇ ਹੁੰਦੇ ਉਹ ਰੱਬ ਹੀ ਵਰਤਦਾ ਤੇ ਰੱਬ ਕਦੇ ਕੋਈ ਬੁਰਾ ਕਰਾ ਨਹੀਂ ਸਕਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਸੰਗਤਾਂ ਕਾਇਮ ਕਰਦੇ। ਗੁਰੂ ਅਮਰਦਾਸ ਪਿਤਾ ਜੀ ਨੇ ਅਕਬਰ ਵੇਲੇ ਹਿੰਦੁਸਤਾਨ ਦੇ 22 ਸੂਬੇ ਸਨ, ਸਤਿਗੁਰਾਂ ਨੇ 22 ਮੰਜੀਆਂ ਬਣਾਈਆਂ, ਭਾਵ ਸਿੱਖੀ ਦੇ ਕੇਂਦਰ ਸਨ। ਇਹ ਉਹ ਲੋਕ ਸਨ ਜਿਨ੍ਹਾਂ ਦਾ ਜੀਵਨ ਰੱਬ ਤੇ ਸਤਿਗੁਰੂ ਜੀ ਵਰਗਾ ਸੀ, ਅਭੇਦ ਪੁਰਸ਼ ਸਨ। ਗੁਰੂ ਰਾਮਦਾਸ ਸਾਹਿਬ ਜੀ ਨੇ ਮਸੰਦਾਂ ਨੂੰ ਇਹ ਸੇਵਾ ਦਿੱਤੀ, ਉਹ ਵੀ ਉੱਚੀ ਜਗ੍ਹਾ 'ਤੇ ਬੈਠ ਕੇ ਸਤਿਗੁਰਾਂ ਦੇ ਉਪਦੇਸ਼ ਸੰਗਤ ਨੂੰ ਕਰਦੇ। ਇਸੇ ਤਰ੍ਹਾਂ ਬਖਸ਼ਿਸ਼ਾਂ ਹਨ। ਥੋੜ੍ਹਾ ਜਿਹਾ ਇੱਧਰ ਧਿਆਨ ਕਰੀਏ। ਜੇ 4 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਪੁੱਤਰ ਸਨ, ਬਾਬਾ ਗੁਰਦਿੱਤਾ ਜੀ, ਬਾਬਾ ਸ੍ਰੀ ਚੰਦ ਨੇ ਉਹਨਾਂ ਦੀ ਮੰਗ ਕੀਤੀ ਸੀ, ਸਤਿਗੁਰਾਂ ਨੇ ਉਹਨਾਂ ਨੂੰ ਦਿੱਤੇ। ਬਾਬਾ ਸ੍ਰੀ ਚੰਦ ਨੇ ਸਾਰੀ ਕਮਾਈ ਬਾਬਾ ਗੁਰਦਿੱਤਾ ਜੀ ਨੂੰ ਵੀ ਦਿੱਤੀ ਤੇ ਸਿੱਖੀ ਦੇ ਪ੍ਰਚਾਰ ਨੂੰ ਪ੍ਰਾਰੰਭ ਕੀਤਾ। ਉਹਨਾਂ ਨੇ ਫਿਰ ਬਾਬਾ ਗੁਰਦਿੱਤਾ ਜੀ ਤੋਂ ਅੱਗੋਂ ਜਿਹੜੇ 4 ਧੂਏ ਸਨ, ਉਹ 4 ਹੀ ਗੁਰੂ ਕੇ ਪਿਆਰੇ ਕਸ਼ਮੀਰ ਦੇ ਸਨ। ਬਾਬਾ ਅਲਮਸਤ ਜੀ, ਬਾਲੂ ਖਸਨਾ ਜੀ, ਬਾਬਾ ਗੋਂਦਾ ਜੀ ਤੇ ਬਾਬਾ ਫੂਲਾ ਜੀ। ਇਹ ਅੱਗੋਂ ਬਖਸ਼ਾਂ ਚਲੀਆਂ। ਮੈਂ ਬੇਨਤੀ ਕਰਨ ਲੱਗਾ ਸਾਂ, ਇੱਕ ਭਗਤ ਭਗਵਾਨ ਜੀ ਦੀ ਬਖਸ਼ਿਸ਼ ਇਹਨਾਂ ਗੁਰੂ ਖਹਿਰਾ ਸਾਹਿਬ ਜੀ ਤੋਂ ਲਈ। ਇਸੇ ਤਰ੍ਹਾਂ ਭਾਈ ਸੁਥਰੇ ਸ਼ਾਹ ਨੇ, ਉਹਨਾਂ ਬਾਰੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਵਰਸਾਏ ਗਏ ਸੀ। ਕਸ਼ਮੀਰ ਦੇ ਸਨ। ਬਾਲਕ ਦੇ ਮੂੰਹ ਵਿੱਚ ਜੰਮਦਿਆਂ ਹੀ
ਦੰਦ ਵੇਖ ਕੇ ਜੋਤਸ਼ੀਆਂ ਪੰਡਤਾਂ ਨੇ ਆਖਿਆ ਇਹ ਬੱਚਾ ਕੋਥਰ ਹੈ, ਜਿਹੜੇ ਘਰ ਰਵੇਗਾ ਨਾ ਉਹ ਘਰ ਦਾ ਨੁਕਸਾਨ ਖੋਏਗਾ। ਕਹਿ ਕਵਾ ਕੇ ਰੂੜੀ ਤੇ ਸੁਟਾ ਦਿੱਤਾ, ਮਾਰਿਆ ਤੇ ਨਾ। ਇਹ ਸਾਡੇ ਅਸੀਂ ਮਾਰ ਨਹੀਂ ਸਕਦੇ, ਆਪੇ ਕੋਈ ਚੁੱਕ ਲਿਜਾਏਗਾ ਜਾਂ ਮਰ ਮੁੱਕ ਜਾਏਗਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਨਿਗਾਹ ਪਈ, ਉਹਨਾਂ ਤੇ ਉਧਰ ਗਏ ਸਨ। ਬੱਚੇ ਨੂੰ ਵਿਲਕਦੇ ਵੇਖਿਆ, ਭਾਈ ਰੂੜੀ ਤੇ ਸੁੱਟਿਆ ਏ, ਪਤਾ ਲੱਗਾ ਤਾਂ ਸੁੱਟਿਆ ਕੋਥਰਾ ਏ। ਸਤਿਗੁਰੂ ਕਹਿੰਦੇ ਕੁਥਰਾ ਨਹੀਂ, ਇਹ ਤੇ ਸੁਥਰਾ ਏ, ਇਹ ਤੇ ਕਈਆਂ ਦੇ ਜੀਵਨ ਸੁਥਾਰੇਗਾ, ਸੋਹਣੇ ਬਣਾਵੇਗਾ। ਉਹਨੂੰ ਪਾਲਿਆ, ਵੱਡਾ ਕੀਤਾ, ਉਹਦੇ ਅੰਦਰ ਬਾਹਰ ਨਾਮ ਤੇ ਰੰਗ ਲੱਗੇ ਹੋਏ ਸੀ। ਇੱਕ ਬਖਸ਼ਿਸ਼ ਉਹਦੇ ਸੀ, ਉਹਨੇ ਵੀ ਸਿੱਖੀ ਦਾ ਪ੍ਰਚਾਰ ਬਹੁਤ ਕੀਤਾ। ਉਹਨਾਂ ਦਾ ਇੱਕ ਬੱਚਾ ਨੇ, ਉਹ ਕਹਿੰਦਾ ਬੰਦਾ ਸ਼ਾਬਾਸ਼ ਲੈਣੀ ਚਾਹੁੰਦਾ ਹੈ, ਕਰਮ ਭਾਵੇਂ ਨਾ ਚੰਗੇ ਕਰੇ। ਉਹਨਾਂ ਦੇ ਨਾ ਦੋ ਰਾਹ, ਕਹਿੰਦੇ ਸ਼ਾਬਾਸ਼ ਪੱਟੇ ਸ਼ਾਬਾਸ਼ ਮੁੱਠੇ, ਸ਼ਾਬਾਸ਼ ਲੀਤੇ ਲੁੱਟ, ਸ਼ਾਬਾਸ਼ ਦਾ ਮਾਰਿਆ ਸੁਥਰਿਆ ਕਹੀਂ ਨਾ ਲੈਸੇ ਝੱਟ। ਕਹਿੰਦੇ ਉਹ ਸੁਥਰਿਆ ਦੇਖ ਬੰਦਾ ਕਹਿੰਦਾ ਵੀ ਮੇਰੀ ਵਡਿਆਈ ਹੋਵੇ। ਆਪਣੀ ਵਡਿਆਈ ਦੇ ਬੜੇ ਬੰਦੇ ਪੱਟੇ ਗਏ, ਮੁੱਠੇ ਦਾ ਮਤਲਬ ਹੁੰਦਾ ਲੁੱਟੇ ਗਏ। ਸ਼ਾਬਾਸ਼ ਲੀਤੇ ਲੁੱਟ, ਠੱਗੇ ਗਏ, ਲੁੱਟੇ ਗਏ। ਕਹਿੰਦੇ ਸ਼ਾਬਾਸ਼ ਦਾ ਮਾਰਿਆ, ਕਹਿੰਦੇ ਕਿਧਰੇ ਵੀ ਇਹਨੂੰ ਟਿਕਾਣਾ ਨਹੀਂ। ਕਹਿੰਦੇ ਵਡਿਆਈ ਕਰਨੀ ਤੇ ਸਤਿਗੁਰੂ ਪਰਮੇਸ਼ਰ ਦੀ ਕਰੋ, ਆਪਣੀ ਵਡਿਆਈ ਕਾਹਦੀ ਕਰਨੀ ਕੋਈ। ਸਾਡੇ ਤਾਂ ਸਤਿਗੁਰਾਂ ਨੇ ਕਿਹਾ ਏ, ਕਹੋ ਨਾਨਕ ਸਭ ਤੇਰੀ ਵਡਿਆਈ, ਪਰਮੇਸ਼ਰ ਦੀਆਂ ਦਾਤਾਂ ਦੀ ਵਡਿਆਈ ਉਹਦੀ ਤਾਕਤ। ਤੋ ਸੁਥਰੇ ਸ਼ਾਹ ਦਾ ਇੱਕ ਬਹੁਤ ਪਿਆਰਾ ਜਿਹਾ ਹੋਰ ਵੀ ਇੱਕ ਬਚਨ ਸਾਂਝਾ ਕਰਾਂ। ਉਹ ਗੁਰੂ ਹਰਗੋਬਿੰਦ ਪਾਤਸ਼ਾਹ ਵਾਸਤੇ ਕਹਿ ਰਿਹਾ ਸੀ, ਉਹ ਚਾਕਰ ਵੱਟੀ ਠੌਰ ਦਾ ਕਰਨੀ ਹੈ ਪੂਰਾ, ਘੋੜਾ ਉਸ ਦਾ ਲੱਖ ਦਾ ਹਥਿਆਰੀ ਸੂਰਾ, ਘਾਉ ਨਾ ਖਾਏ ਮਗਰ ਵਿੱਚ ਸਨਮੁਖ ਮਗਰੂਰਾ, ਖਵਈਆ ਸਾੜੇ ਦੁੱਧ ਦਾ ਕਦੇ ਖਾਏ ਨਾ ਕੂਰਾ, ਸਭੇ ਗੱਲਾਂ ਊਣੀਆਂ ਨਾਉ ਤੇਰਾ ਪੂਰਾ। ਇਹ ਸਤਿਗੁਰੂ ਦੇ ਪਿਆਰ ਵਿੱਚ ਸੀ। ਤੇ ਇੱਕ ਬਖਸ਼ਿਸ਼ ਸੁਥਰੇ ਸ਼ਾਹ ਦੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੀਤੀ। ਤੀਜੀ ਬਖਸ਼ਿਸ਼ ਸੀ ਸੰਗਤ ਸਾਹਿਬ ਦੀ। ਇਹ ਭਾਈ ਫੇਰੂ ਨਾਮ ਸੀ। ਇਹਨੂੰ ਸਿੱਖੀ ਗੁਰੂ ਖਾਰਾ ਸਾਹਿਬ ਵੇਲੇ ਸਤਿਗੁਰਾਂ ਦੇ ਘਰ ਤੋਂ ਫੇਰੀ ਲਾਣ ਆਇਆ ਘਿਓ ਵੇਚਣ। ਭਾਈ ਭਗਤੂ ਜੀ ਨੇ ਘਿਓ ਲੈ ਲਿਆ ਤੇ ਆਖਿਆ ਪੈਸੇ ਸਤਿਗੁਰਾਂ ਦੇ ਦਰਬਾਰ 'ਚੋਂ ਲੈਣੇ। ਜਦੋਂ ਗਿਆ ਘਰ, ਪੀਪਾ ਖਾਲੀ ਸੀ, ਰਾਤੀ ਸਵੇਰੇ ਫਿਰ ਭਰਿਆ। ਕਹਿਣ ਲੱਗੇ ਖਾਲੀ ਪੀਪਾ ਭਰ ਗਿਆ ਫਿਰ ਘਿਓ ਦਾ, ਇਹ ਤਾਂ ਕੋਈ ਵੱਡਾ ਘਰ ਏ। ਸਤਿਗੁਰਾਂ ਕੋਲੋਂ ਸਿੱਖੀ ਮੰਗੀ ਤੇ ਸਾਹਿਬ ਜੀ ਨੇ ਨਾਂ ਹੀ ਪਾ ਦਿੱਤਾ ਸੀ। ਭਾਈ ਫੇਰੂ ਫੇਰੀ ਕਰਦਿਆਂ ਲਿਆ, ਪਰ ਇਸ ਨੂੰ ਸੰਗਤ ਸੀ ਤੋਂ ਸੰਗਤ ਸਾਹਿਬ ਦੇ ਨਾਮ ਥੱਲੇ ਮਸ਼ਹੂਰ ਹੋਏ। ਤੋ ਜਦੋਂ ਭਾਈ ਫੇਰੂ ਦੇ ਉੱਪਰ ਵੀ ਬਹੁਤ ਵੱਡੀ ਬਖਸ਼ਿਸ਼ ਸੀ, ਇਹਨੇ ਵੀ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ। ਚੌਥੀ ਸੀ ਭਾਈ ਮੀਆਂ ਸਾਹਿਬ ਦੀ, ਜਿਨ੍ਹਾਂ ਬਾਰੇ ਆਪਾਂ ਗੱਲ ਕਰ ਰਹੇ ਸਾਂ। ਤੇ ਸੁਥਰੇ ਵਾਹਿਗੁਰੂ, ਜਿਵੇਂ ਸੁਥਰੇ ਸ਼ਾਹ ਨੇ ਪ੍ਰਚਾਰ ਕੀਤਾ, ਇਸੇ ਤਰ੍ਹਾਂ ਇਹ ਸੰਗਤ ਸਾਹਿਬ ਇਹਨਾਂ ਨੇ ਵੀ ਪ੍ਰਚਾਰ ਬਹੁਤ ਕੀਤਾ। ਗਰੀਬ ਨਵਾਜ ਪਿਤਾ ਦੀ ਕਿਰਪਾ ਦੇ ਨਾਲ ਇਹਨਾਂ ਦੇ ਵੀ ਬਹੁਤ ਪਿਆਰੇ ਪਿਆਰੇ ਦੋਹਰੇ ਮਿਲਦੇ। ਕਹਿੰਦੇ ਤੈ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਵਣੀ ਵਣੀ, ਫੇਰੂ ਜਾਣ ਸੱਜਣ ਤੋਂ ਵਾਰੀ ਤਾਂ ਤੇ ਭਲੀ ਬਣੀ। ਕਹਿੰਦੇ ਉਹ ਇਸ ਸੱਜਣ ਸਤਿਗੁਰੂ ਵਰਗਾ ਕੋਈ ਨਹੀਂ ਜੇ। ਇਹ ਐਵੇਂ ਨਹੀਂ ਕਹਿੰਦੇ ਇਹਨਾਂ ਨੂੰ ਜੀਂਦੇ ਨਾ ਤੋਂ ਵਾਰੀ, ਇਹਨਾਂ ਦੇ ਕੋਲੋਂ ਜੋ ਮਿਲਦਾ ਜਗਤ ਵਿੱਚੋਂ ਕਿਧਰੋਂ ਨਹੀਂ ਮਿਲਣਾ। ਕਹਿੰਦੇ ਇੱਕ ਵਾਰ ਨਿਉ ਲਾਓ ਤੇ ਸਹੀ, ਨਿਉ ਲਗਾ ਲਗ ਟੁੱਟਦਾ ਨਾਹੀ, ਸਭ ਬਾਝੋਂ ਗੱਲਾਂ ਊਣੀਆਂ, ਫੇਰੂ ਜਿਉਂਦਿਆਂ ਨਿਉ ਵਿਸਰੇ ਨਾਹੀ, ਮੋਇਆਂ ਵੀ ਦੂਣ ਚੌਣੀਆਂ। ਕਹਿੰਦਾ ਇਸ ਘਰ ਨਾਲ ਕੋਈ ਪਿਆਰ ਪਾ ਕੇ ਵੇਖੇ। ਕਹਿੰਦੇ ਇੱਕ ਵਾਰ ਪਾਓ ਕਦੇ ਟੁੱਟਣਾ ਨਹੀਂ। ਇੱਥੇ ਜਿਉਂਦਿਆਂ ਵੀ ਉਸ ਨੇ ਦਾਤਾਂ ਦੇਣੀਆਂ, ਮੋਇਆਂ ਦੂਣੀਆਂ ਚੌਣੀਆਂ ਭਾਵ ਦਰਗਾਹ 'ਚ ਤਾਂ ਮਿਲੇਗੀ। ਇੱਕ ਵਾਰੀ ਲੰਗਰ ਵਿੱਚ ਆਇਆ ਕੋਈ ਸੱਜਣ ਤੇ ਉਹ ਜਿਹੋ ਜਿਹਾ ਲੰਗਰ ਤਿਆਰ ਸੀ ਵਰਤਾ ਦਿੱਤਾ। ਇੱਕ ਨਾਲ ਨੂੰ ਪਰੌਂਠੇ ਮਿਲੇ ਤੇ ਦੂਸਰੇ ਨੂੰ ਸੁੱਕਾ ਪ੍ਰਸ਼ਾਦਾ। ਕਹਿਣ ਲੱਗਾ ਭਾਈ ਫੇਰੂ ਤੇਰਾ ਲੰਗਰ ਕਾਣਾ ਹੈ। ਕਹਿਣ ਲੱਗੇ ਜੀ ਨਾ, ਲੰਗਰ ਸਾਹਿਬ ਨੂੰ ਕਾਣਾ ਨਹੀਂ ਕਹਿਣਾ, ਇਹ ਮਹਾਰਾਜ ਦਾ ਲੰਗਰ ਏ, ਮੈਨੂੰ ਕਾਣਾ ਕਹਿ ਲੈ। ਕਿਹਾ ਤੇ ਇਹਨਾਂ ਦੀ ਇੱਕ ਅੱਖ ਚਲੀ ਗਈ। ਸਿਦਕ ਦੇ ਬੜੇ ਪੱਕੇ ਸੀ, ਪਰ ਜਦੋਂ ਸੇਵਾ ਇਹਨਾਂ ਨੇ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਫਿਰ ਇਹਨਾਂ ਨੂੰ ਬਹੁਤ ਬਖਸ਼ਾਂ ਕੀਤੀਆਂ ਸਨ। ਗੁਰੂ ਖਾਰਾ ਸਾਹਿਬ ਨੇ ਤੇ ਕਿਹਾ ਸੀ, ਜਾਓ ਖੀਸਾ ਮੇਰਾ ਹੱਥ ਤੇਰਾ, ਜਿੰਨਾ ਮਰਜ਼ੀ ਲੰਗਰ ਲਗਾਓ ਕਦੇ ਤੋਟ ਨਹੀਂ ਆਏਗੀ।
ਨਾਵੇਂ ਸਤਿਗੁਰਾਂ ਨੇ ਕਿਹਾ ਸੀ, ਖੀਸਾ ਵੀ ਤੇਰਾ ਤੇ ਖੱਚ ਵੀ ਤੇਰਾ ਖੁੱਲਾ ਵਰਤਾ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਦੋਂ ਮਸੰਦਾਂ ਦੀ ਸੋਧ ਕੀਤੀ, ਇਹਨਾਂ ਦਾ ਪਤਾ ਲੱਗਾ ਤੇ ਇਹ ਤੇ ਪਵਿੱਤਰ ਜੀਵਨ ਵਾਲੇ ਸਨ। ਜਦੋਂ ਇਹ ਭਾਈ ਫੇਰੂ ਜੀ ਆਏ ਤੇ ਸਤਿਗੁਰਾਂ ਦੇ ਕੋਲ ਇਹਨਾਂ ਆਪਣੀ ਦਾੜੀ ਆਪ ਹੀ ਫਕੜੀ ਖੋਈ। ਸਤਿਗੁਰਾਂ ਨੇ ਬੜੇ ਵਾਰ ਦਿੱਤੇ, ਕਹਿਣ ਲੱਗੇ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਤੇਰੇ ਤੋਂ ਸਤਿਗੁਰੂ ਬਲਿਹਾਰੀ। ਇਹਨੂੰ ਬਹੁਤ ਵਰ ਮਿਲੇ ਹੋਏ ਸਨ। ਇਸੇ ਤਰ੍ਹਾਂ ਬਖਤ ਮਲੀਏ ਤੇ ਜੀਤ ਮਲੀਏ, ਇਹ ਵੀ ਮੇਰੇ ਸਤਵੇਂ ਗੁਰਦੇਵ ਦੀਆਂ ਬਖਸ਼ਾਂ ਸਨ। ਕਹਿਣ ਤੋਂ ਮੁਰਾਦ ਕਿਤਨੇ ਕਰਨੀ ਵਾਲੇ ਸਿੱਖ ਹੋਏ, ਕਿੰਨਾ ਪਿਆਰਾਂ ਵਿੱਚ ਉਹ ਰਹਿੰਦੇ ਸਨ। ਮੀਆਂ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹਨ ਕਿਰਪਾ ਕੀਤੀ। ਉਹਨਾਂ ਸਾਨੂੰ ਦੱਸਿਆ, ਜੇ ਉਹਦੇ ਪਿਆਰ ਵਿੱਚ ਜੀਵੋ ਤੇ ਕਿਵੇਂ ਸੋਹਣੇ ਢੰਗਾਂ ਨਾਲ ਰੰਗ ਖਸੈ ਰੰਗ ਖੋਵੈ, ਚੁੱਪ ਪੀ ਕਰ ਜਾਹੇ, ਮਸਤੀ ਨਾਲ ਜੀਵੋ। ਜਿਵੇਂ ਗੁਰੂ ਸਾਹਿਬ ਦਾ ਬਚਨ ਹੁੰਦਾ ਨਾ, ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਿਹਾ, ਐਨਸ ਬਣੀ ਪ੍ਰੇਮ ਲਿਵ ਲਾਗੇ, ਸ਼ਬਦ ਅਨਾਹਦ ਗਿਆ। ਸਤਿਗੁਰੂ ਮੇਰਾ ਕਰਨ, ਅਸੀਂ ਵੀ ਇਸੇ ਤਰ੍ਹਾਂ ਉਹਦੇ ਪਿਆਰਾਂ ਦੀ ਮਸਤੀ ਵਿੱਚ ਝੂਮ ਝੂਮ ਕੇ ਗੀਤ ਗਾਈਏ ਜੀ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।